ਅੱਜ ਉਹਨਾਂ ਹਾਲਾਤਾਂ 'ਚ ਜਦ ਪੰਜਾਬ ਨਿਕਲ ਰਿਹਾ, ਜਦੋਂ 40,000 ਹੋਰ ਬਾਹਰੋਂ ਰਜਿਸਟਰ ਹੋ ਗਏ ਪੰਜਾਬ 'ਚ ਆਉਣ ਲਈ, ਤਿਆਰੀ ਤਾਂ ਕਿੱਥੇ? ਇਸ ਗੱਲ ਦੀ ਚਾਹੀਦੀ ਸੀ ਕਿ ਹਾਊ ਵੈਲ ਇਜ਼ ਪੰਜਾਬ ਪ੍ਰੀਪੇਅਰਡ ਟੂ ਫਾਈਟ ਦ ਕਰੋਨਾ ਵਾਇਰਸ, ਕਰੋਨਾ ਦੀ ਮਹਾਮਾਰੀ। ਮਗਰ ਅਫਸੋਸ ਇਸ ਗੱਲ ਦਾ ਹੈ ਕਿ ਕਰੋਨਾ ਨਾਲ ਲੜਦੇ ਲੜਦੇ ਮੰਤਰੀ ਆਪਸ 'ਚ ਹੀ ਲੜ ਪਏ। ਪੰਜਾਬ ਦੇ ਲੋਕਾਂ ਨੂੰ ਹੁਣ ਇਕੱਲਾ ਕਰੋਨਾ ਨਾਲ ਨਹੀਂ ਲੜਨਾ ਪੈਣਾ, ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਤੇ ਕਰੋਨਾ ਨਾਲ ਦੋਵਾਂ ਨਾਲ ਲੜਾਈ ਲੜਨੀ ਪੈਣੀ। ਅੱਜ ਉਹਨੂੰ ਕਹਿ ਦਿੱਤਾ ਕਿ ਨਹੀਂ ਜੀ, ਇਹਦਾ ਜਿਹੜਾ ਬੋਡੀ ਲੈਂਗੁਏਜ ਹੈ, ਇਹ ਤਾਂ ਪਹਿਲੀ ਵਾਰੀ ਸਮਝ ਆਈ ਕਿ ਅਫਸਰਾਂ ਦਾ ਬੋਡੀ ਲੈਂਗੁਏਜ, ਬੋਲਬਾਨੀ, ਉਹਨਾਂ ਦਾ ਰਵੱਈਆ ਕੈਬਨਿਟ ਦੀ ਸ਼ਾਨ ਦੇ ਉਲਟ। ਮੈਂ ਪੁੱਛਣਾ ਚਾਹੁੰਦਾ, ਲਾਉਣ ਵੇਲੇ ਜਦੋਂ ਸੁਪਰਸੀਡ ਕੀਤੇ ਸੀ ਕਈਆਂ ਨੂੰ, ਉਦੋਂ ਨਾ ਦੇਖਿਆ ਤੁਸੀਂ ਇਹਨਾਂ ਦਾ ਬੋਲਬਾਨੀ ਜਾਂ ਰਵੱਈਆ ਜਾਂ ਕਿ ਅੱਜ ਇੱਕ ਨਵਾਂ ਜਿਹੜਾ ਇਹ ਤਮਾਸ਼ਾ, ਇਹ ਸਰਕਸ, ਮੰਤਰੀਆਂ ਦੀ ਗੁੰਡਾਗਰਦੀ ਅੱਜ ਵੇਖਣ ਨੂੰ ਮਿਲੀ ਹੈ। ਕਿ ਜਿਹੜਾ ਕੱਲ ਤੱਕ ਤੁਸੀਂ ਸੁਪਰਸੀਡ ਕਰਾਇਆ ਕਈਆਂ ਨੂੰ ਔਰ ਫਿਰ ਚੀਫ ਸੈਕਟਰੀ ਚੁਣਿਆ, ਅੱਜ ਉਹਦੇ 'ਚ ਕਿਹੜਾ ਨੁਕਸ ਪੈ ਗਿਆ? ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਕਿ ਸੱਚ ਕੌਣ ਬੋਲ ਰਿਹਾ, ਝੂਠ ਕੌਣ ਬੋਲ ਰਿਹਾ, ਕਿ ਅਫਸਰ ਸੱਚ ਬੋਲ ਰਿਹਾ ਸੀ ਕਿਉਂਕਿ ਅਸਲੀਅਤ ਹੈ। ਔਰ ਮੌਕੇ ਤੇ ਵੀਡੀਓ ਬਣੀ ਹੈ ਔਰ ਉਹ ਠੇਕਾ ਸੀਗਾ ਕਿਹਦਾ? ਦਰਸ਼ਨ ਲਾਲ, ਜਿਹੜਾ ਕਾਂਗਰਸ ਦਾ MLA, ਉਹਦਾ ਭਤੀਜਾ ਸਾਹਮਣੇ ਉਸ ਵੀਡੀਓ 'ਚ। ਮਗਰ ਅੱਜ ਤੱਕ ਉਸ ਵੀਡੀਓ ਤੇ ਜਿਹਨੇ ਥ੍ਰੈਟ ਕੀਤਾ ਅਫਸਰਾਂ ਨੂੰ ਕਿ ਆਈ ਵਿਲ ਸਿਲੰਡਰ ਦੀ ਮੈਂ ਪਾਈਪ ਕੱਢ ਲਈ, ਮੈਂ ਅੱਗ ਲਾਉਣ ਲੱਗਿਆ, ਸਾਰੇ ਨੂੰ ਇੱਥੇ ਜਲਾ ਦੂੰਗਾ। ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੋਵੇ, ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਕੀਤੀ, ਹਾਲੇ ਤੱਕ ਉਹ ਸਸਪੈਂਡ ਨਹੀਂ। ਉਹਨੂੰ ਸਭ ਤੋਂ ਜਿਹੜੀ ਮਾਈਲਡ ਉਹ ਤਰੀਕੇ ਨਾਲ ਉਹਨੂੰ ਪਨਿਸ਼ਮੈਂਟ ਸੀ ਕਿ ਉਹਦੀ ਬਦਲੀ ਕਰ ਦਿੱਤੀ। ਮਗਰ ਉਹਦੇ ਉੱਥੋਂ ਰਿਕਵਰੀ ਕੀ ਹੋਈ? ਇਲੀਗਲ ਫੈਕਟਰੀ ਸ਼ਰਾਬ ਦੀ ਚੱਲਦੀ ਸੀ, ਫਿਰ ਸਰਕਾਰੀ ਖਜ਼ਾਨੇ ਨੂੰ ਚੂਨਾ ਔਰ ਕਰੋੜਾਂ ਰੁਪਏ ਦੀ ਸ਼ਰਾਬ ਵੇਚੀ ਗਈ। ਵਿਕੀ ਕਿਹਨੇ? SHO ਨੂੰ ਲਵਾਇਆ ਕਿਹਨੇ? ਇਹ ਸਵਾਲਾਂ ਦਾ ਅੱਜ ਤੱਕ ਜਵਾਬ ਨਹੀਂ। ਜਿੱਥੇ ਉਹ ਲੇਡੀ ਪੁਲਿਸ ਅਫਸਰ ਨੇ ਜਿਹਨੇ ਚਲਾਨ ਕੱਟਿਆ ਸੀ, ਉਹਨੂੰ ਇੱਕ MLA ਨੇ ਕਹਿਤਾ ਤੇਰਾ ਜੁਲਮ ਬਿਸਤਰਾ ਚੱਕ ਦਿਆਂਗੇ, ਔਰ ਉਹ ਵਿਚਾਰੀ ਦਾ ਕੀ ਹਾਲ ਕੀਤਾ ਤੁਹਾਡੇ ਸਾਹਮਣੇ। MLA ਦੀ ਆਈ ਹੈ ਜਿਹਨੇ ਨਵਦੀਪ ਸਿੰਘ SHO ਨੂੰ ਕਿਹਾ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਕਹਿੰਦਾ ਮੈਂ ਤਾਂ ਬੁਲਾਈ ਆ, ਮਗਰ ਕਹਿੰਦਾ ਨਹੀਂ, 3 ਦਿਨ ਹੋ ਗਏ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਉਹ ਕਿਹੜੀ ਸਤਿ ਸ੍ਰੀ ਅਕਾਲ ਸੀ? ਕਿਉਂਕਿ ਸਤਿ ਸ੍ਰੀ ਅਕਾਲ ਉਹ ਬੁਲਾਈ ਜਾਂਦਾ, ਕਿਹੜੀ ਸਤਿ ਸ੍ਰੀ ਅਕਾਲ ਸੀ ਜਿਹੜੀ ਕੋਡਡ ਲੈਂਗੁਏਜ 'ਚ ਗੱਲ ਚੱਲਦੀ ਸੀ? ਇਹ ਚੀਜ਼ਾਂ ਦਾ ਅੱਜ ਪਰਦਾ ਫਾਸ਼ ਹੋਣਾ ਚਾਹੀਦਾ। ਕਰੋਨਾ ਦੀ ਮਹਾਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ। ਜਦੋਂ ਰੋਜ਼ ਸਵੇਰੇ ਉੱਠ ਕੇ ਮੈਂ ਮਹਿਸੂਸ ਕਰਦਾ ਕਿ ਹਰੇਕ ਬੰਦਾ ਵਰਲਡ ਦੇ ਫਿਗਰ, ਕਰੋਨਾ ਨਾਲ ਜਿਹੜੇ ਪ੍ਰਭਾਵਿਤ ਨੇ ਜਾਂ ਡੈਥ ਫਿਗਰਸ ਵਰਲਡ ਦੇ ਦੇਖਦਾ, ਨਾਲ ਫਿਰ ਆਪਣੇ ਦੇਸ਼ ਦੇ ਵੇਖਦਾ ਤੇ ਫਿਰ ਆਪਣੇ ਪੰਜਾਬ ਸੂਬੇ ਦੇ ਵੀ ਵੇਖਦਾ। ਔਰ ਅੱਜ ਦੇ ਦਿਨ ਜਦੋਂ ਸਭ ਤੋਂ ਵੱਡੀ ਸਪਾਈਕ ਆਈ ਹੈ, ਕੋਈ 4200 ਕੇਸਿਸ ਨਵੇਂ ਆਏ ਹੈ, ਔਰ ਅੱਜ ਦੇ ਦਿਨ ਜਦੋਂ ਪੰਜਾਬ ਦੇ ਹੈਲਥ ਇਨਫਰਾਸਟ੍ਰਕਚਰ ਉੱਤੇ ਬਹੁਤ ਲੋਕਾਂ ਨੇ ਚਿੰਤਾ ਜਤਾਈ ਹੈ, ਜਦੋਂ 6000 ਦੇ ਲੋਕ ਪੰਜਾਬ 'ਚ ਆਏ ਤੇ ਕਿਵੇਂ ਪੰਜਾਬ ਦੀ ਹੈਲਥ ਫੈਸਿਲਿਟੀਜ਼ ਉਹਨਾਂ ਨੂੰ ਬੇਸਿਕ ਸਹੂਲਤ ਦੇਣ ਤੋਂ, ਚਾਹੇ ਉਹ ਕੁਆਰੰਟੀਨ ਫੈਸਿਲਿਟੀ ਦੀ ਸੀ, ਚਾਹੇ ਉਹ ਬੇਸਿਕ ਉਹਨਾਂ ਦੀ ਲੁੱਕ ਆਫਟਰ ਦਾ ਸੀ, ਚਾਹੇ ਪਾਣੀ ਪਿਲਾਣਾ, ਰੋਟੀ ਖਵਾਉਣੀ, ਉਹ ਸਾਰੇ ਪੈਮਾਨਿਆਂ 'ਚ ਫੇਲ ਹੋ ਗਈ। ਡਾਕਟਰਾਂ ਨੂੰ, ਹੈਲਥ ਵਰਕਰਸ ਨੂੰ, ਨਰਸਾਂ ਨੂੰ ਜਦੇ PPE ਕਿਟਸ ਤੋਂ ਬੇਸਿਕ ਇਕਵਿਪਮੈਂਟਸ ਨਹੀਂ ਦੇ ਸਕ ਰਹੇ ਸੀ। ਅੱਜ ਉਹਨਾਂ ਹਾਲਾਤਾਂ 'ਚ ਜਦ ਪੰਜਾਬ ਨਿਕਲ ਰਿਹਾ, ਜਦੋਂ 40,000 ਹੋਰ ਬਾਹਰੋਂ ਰਜਿਸਟਰ ਹੋ ਗਏ ਪੰਜਾਬ 'ਚ ਆਉਣ ਲਈ, ਤਿਆਰੀ ਤਾਂ ਕਿੱਥੇ? ਇਸ ਗੱਲ ਦੀ ਚਾਹੀਦੀ ਸੀ ਕਿ ਹਾਊ ਵੈਲ ਇਜ਼ ਪੰਜਾਬ ਪ੍ਰੀਪੇਅਰਡ ਟੂ ਫਾਈਟ ਦ ਕਰੋਨਾ ਵਾਇਰਸ, ਕਰੋਨਾ ਦੀ ਮਹਾਮਾਰੀ। ਮਗਰ ਅਫਸੋਸ ਇਸ ਗੱਲ ਦਾ ਹੈ
कि करोना नाल लड़दे लड़दे मंत्री आपस 'ਚ ਹੀ लड़ पे। पंजाब दे लोकां नूं हुण कल्ला करोना नाल नहीं लड़ना पैना, पंजाब 'ਚ लोकां नूं कांग्रेस दी सरकार ते करोना नाल दोवां नाल लड़ाई लड़नी पैनी है। मतलब कि दो लड़ाइयां। और अफसोस की गल है कि जिथे मैं समझदा कि पंजाबी हले भी करोना की लड़ाई ते जितणगे, मगर जो हालात कांग्रेस ने बनाते पता नहीं इस लड़ाई या इस दवाई इस लड़ाई की दवाई किसी को होगी कि नहीं होगी। और अफसोस की गल है कि अज कॉन्स्टिट्यूशनल ब्रेकडाउन है, अज टोटल कोलैप्स है। तुसी वेखो कि चीफ सैकटरी, मैं किसी की तरफदारी तो नहीं, मगर मैं हुण गल बिल्कुल सही करूँगा, इस चीफ सैकटरी नूं लाया किने? कांग्रेस की सरकार ने। और उस वेले भी कईयां नूं सुपरसीड करके लाया। और मैं चाहूँगा कि तुसी इस गल का जरूर चैक करियो कि उन्हां दी जिहड़ी रिपोर्ट ने ACR रिपोर्ट, उन्हां दी 36 साल की सर्विस है। और पिछली रिपोर्ट तक तो तुसी कांग्रेस की सरकार कह रही सी कि ये आउटस्टैंडिंग अफसर है। रातों रात अज उन्होंने कहता कि नहीं जी, ਇਹਦਾ ਜਿਹੜਾ बॉडी लैंगुएज है, ये तो पहली बारी समझ आई कि अफसरां दा बॉडी लैंगुएज, बोलबानी, उन्हां दा रवैया कैबिनेट की शान के उल्ट सी। मैं पूछना चाहुंदा, लाउण वेले जदों सुपरसीड कीते सी कईयां नूं, उदों ना देखिया तुसी इन्हां दा बोलबानी जां रवैया जां एटीट्यूड? और आउटस्टैंडिंग परफॉर्मेंस तुसी गिणदे रहे हो। कहण दा भाव कि अज एक नवा जिहड़ा ये तमाशा, ये सर्कस, मंत्रियों की गुंडागर्दी अज वेखण नूं मिली है। कल्ला ते कल्ला ईगो सैटिस्फैक्शन। जे चीफ सैकटरी नूं ब्राउबीट करन दा मतलब की है? एक थल्ले मैसेज देना, जिहड़ा कल तक तो तुहाडा चानन मुनारा सी, अज वो माड़ा हो गया। मैनू तो आई वांट एन एक्सप्लेनेशन कि जिहड़ा कल तक तुसी सुपरसीड कराया कईयां नूं और फिर चीफ सैकटरी चुनिया, अज उहदे च किहड़ा नुक्स पै गया? पंजाब दे लोग जानना चाहुंदे कि सच कौन बोल रहा, झूठ कौन बोल रहा, कि अफसर सच बोल रहा सी, क्योंकि असलीयत है। और इस गल की रिपोर्टिंग थोड़ी अखबारां 'च भी हुई है। रोपड़ वाला केस का अज तक कोई डिसीजन नहीं होया। SDM जिहड़ी इलाका कमांडर मनी जाती अंडर डिजास्टर मैनेजमेंट एक्ट, ਉਹਨੇ एक ठेके ते छापा मारिया। उदों मारिया जब ਉਹਦੇ ਕੋਲ खबर आई कि ਇੱਥੇ इलीगल सेल चल रही है शराब की, और मौके ते वीडियो बनी है। और वो ठेका सीगा किहदा? दर्शन लाल, जिहड़ा कांग्रेस का MLA, ਉਹਦਾ भतीजा सामने उस वीडियो 'ਚ। मगर अज तक उस वीडियो ते जिन्हें थ्रेट किया अफसरां नूं कि आई विल सिलेंडर की मैं पाइप कढ़ ली, मैं अग लाउण लग्या, सारे नूं इत्थे जला दूंगा, अज तक उहदे खिलाफ परचा दर्ज नहीं होया। उस वेले भी अफसर ब्राउबीट होया सी, उस वेले भी उस अफसर ने अपनी ड्यूटी की, क्योंकि ठेके चलाने मना सी और शराब की विक्री गैर कानूनी सी, आपकी ड्यूटी कर रही सी। मगर उहदे हक च कोई नहीं खलोया, जाके कांग्रेस के MLA के हक च खलोए। वो पहला इंसीडेंट नहीं सी। उस तो बाद दूजा इंसीडेंट खन्ने होया, जिथे हज़ारां शराब के केसेस रिकवर होए। शराब की इलीगल फैक्ट्री चल रही सी, उसे SHO थले, जिस SHO नूं अज तक जिन्हें बचाउण वास्ते सारी कांग्रेस उहदे हक च उतरी हुई, जिन्हें थाने दे अंदर मनुखी अधिकारां दा घान कीता होवे, गुरसिख दे ककारां दी बेअदबी कीती, हाले तक वो सस्पेंड नहीं। उन्होंने सब तो जिहड़ी माइल्ड वो तरीके नाल उन्होंने पनिशमेंट सी कि उहदी बदली करती, बदली करके वधिया लाभ ही देना है। मगर उहदे उत्थों रिकवरी की हुई? इलीगल फैक्ट्री शराब की चलती सी, फिर सरकारी खजाने नूं चूना और करोड़ों रुपए की शराब बेची गई। बिकी किने? SHO नूं लवाया किने? ये सवालों का अज तक जवाब नहीं मिलिया। उस SHO नूं लवाउण वाले कांग्रेस के MLA सी, और वो शराब की फैक्ट्री चलन करके कई कोरोना के पॉजिटिव केस भी आ गए। और यही कुछ राजपुरे होया, जिथे शराब की पार्टियां ते हुक्का पार्टियां चल रही सी,
ਜਿਹਦੇ ਕਰਕੇ ਕਈ ਪੋਜ਼ਿਟਿਵ ਕੇਸਿਸ ਕੋਰੋਨਾ ਦੇ ਆਏ। ਅੱਜ ਤੱਕ ਕਿਸੇ ਅਫਸਰ ਦੇ ਖਿਲਾਫ, ਕਿਸੇ ਐਮਐਲਏ ਦੇ ਖਿਲਾਫ, ਕਿਉਂਕਿ ਸਾਰੇ ਅਫਸਰ ਤਾਂ ਜ਼ਿਲ੍ਹੇ 'ਚ ਇਹ ਲਾ ਰਹੇ। ਮੇਰਾ ਜਿਹੜਾ ਕਹਿਣ ਦਾ ਭਾਵ ਹੈ ਕਿ ਅੱਜ CS ਚੀਫ ਸੈਕਟਰੀ ਦੇ ਨਾਲ ਜੋ ਕੁਝ ਹੋਇਆ ਹੈ, ਇਹਦੇ ਨਾਲ ਜਿੱਥੇ ਕਨਸਟੀਟਿਊਸ਼ਨਲ ਬ੍ਰੇਕਡਾਊਨ ਹੈ, ਡੈਮੋਕ੍ਰੇਸੀ ਦਾ ਘਾਣ ਹੈ, ਅੱਜ ਡਿਕਟੇਟਰਸ਼ਿਪ ਕਾਇਮ ਹੋਈ ਹੈ। ਕਿਉਂਕਿ ਜੇ ਇਹ ਮੈਸੇਜ ਗਿਆ ਹੈ ਕਿ ਅੱਜ ਜੇ ਚੀਫ ਸੈਕਟਰੀ ਨੂੰ 2 ਮਿੰਟ 'ਚ ਰਗੜ ਸਕਦੇ ਆ ਤੇ ਬਾਕੀ ਅਫਸਰਾਂ ਦੀ ਤਾਂ ਗੱਲ ਹੀ ਕੀ। ਔਰ ਇਹ ਕੁਝ ਪਹਿਲਾਂ ਵੀ ਵੇਖਣ ਨੂੰ ਮਿਲਿਆ ਕਿ ਜਿਸ ਤਰੀਕੇ ਨਾਲ DSP ਬਲਵਿੰਦਰ ਸੇਖੋਂ ਨੇ, ਜਿਹਦੀ ਉਹ ਰਿਕਾਰਡਿੰਗ ਆਈ ਕਿ ਹਾਈ ਕੋਰਟ ਨੂੰ ਦੱਸਦੀ, ਇੱਕ ਮੰਤਰੀ ਕਹਿ ਰਿਹਾ ਸੀ ਹਾਈ ਕੋਰਟ ਨੂੰ ਦੱਸਦੀ ਕਿ ਮੰਤਰੀ ਨਹੀਂ ਹੋਣ ਦਿੰਦਾ। ਕਹਿਣ ਦਾ ਭਾਵ ਕਿ ਔਰ ਮੁੜ ਕੇ ਉਹੀ ਕੁਝ ਹੋਇਆ ਕਿ ਉਹ ਅੱਜ DSP ਸਸਪੈਂਡ ਹੋਇਆ। ਮੁੜ ਕੇ ਤੁਹਾਡੇ ਕੋਲ ਉਹ ਵੀਡੀਓ ਵੀ ਆਈ ਸੀ ਜਿੱਥੇ ਉਹ ਲੇਡੀ ਪੁਲਿਸ ਅਫਸਰ ਨੇ ਜਿਹਨੇ ਚਲਾਨ ਕੱਟਿਆ ਸੀ, ਉਹਨੂੰ ਇੱਕ MLA ਨੇ ਕਹਿਤਾ ਤੇਰਾ ਜੁੱਲੀ ਬਿਸਤਰਾ ਚੱਕ ਦਿਆਂਗੇ, ਔਰ ਉਹ ਵਿਚਾਰੀ ਦਾ ਕੀ ਹਾਲ ਕੀਤਾ ਤੁਹਾਡੇ ਸਾਹਮਣੇ। ਜਾਂ ਆ ਹੁਣ MLA ਦੀ ਆਈ ਹੈ ਜਿਹਨੇ ਨਵਦੀਪ ਸਿੰਘ SHO ਨੂੰ ਕਿਹਾ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਕਹਿੰਦਾ ਮੈਂ ਤਾਂ ਬੁਲਾਈ ਆ, ਮਗਰ ਕਹਿੰਦਾ ਨਹੀਂ 3 ਦਿਨ ਹੋ ਗਏ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਉਹ ਕਿਹੜੀ ਸਤਿ ਸ੍ਰੀ ਅਕਾਲ ਸੀ? ਕਿਉਂਕਿ ਸਤਿ ਸ੍ਰੀ ਅਕਾਲ ਉਹ ਬੁਲਾਈ ਜਾਂਦਾ, ਕਿਹੜੀ ਸਤਿ ਸ੍ਰੀ ਅਕਾਲ ਸੀ ਜਿਹੜੀ ਕੋਡਡ ਲੈਂਗੁਏਜ 'ਚ ਗੱਲ ਚੱਲਦੀ ਸੀ? ਇਹ ਚੀਜ਼ਾਂ ਦਾ ਅੱਜ ਪਰਦਾ ਫਾਸ਼ ਹੋਣਾ ਚਾਹੀਦਾ, ਕਿਉਂਕਿ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ। ਔਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਚੀਫ ਸੈਕਟਰੀ ਸਾਰੀ ਕੈਬਨਿਟ ਮੀਟਿੰਗ ਦਾ ਇੱਕ ਤਰੀਕੇ ਦਾ ਕਸਟੋਡੀਅਨ ਹੁੰਦਾ ਹੈ ਉਹ। ਔਰ ਚੀਫ ਸੈਕਟਰੀ ਤੇ ਜੇ ਤੁਹਾਡੀ ਬੇਭਰੋਸਗੀ ਹੋ ਗਈ ਹੈ, ਇੱਕ ਡਿਮੋਲੀਸ਼ਨ ਆਫ ਦੀ ਆਫਿਸ ਆਫ ਚੀਫ ਸੈਕਟਰੀ ਤੁਸੀਂ ਕੀਤਾ, ਤੇ ਫਿਰ ਮੈਂ ਸਮਝਦਾ ਕਿ ਇਹ ਮੰਤਰੀ ਜਾਂ ਇਹ ਸਰਕਾਰ ਦਾ ਚੱਲਣ ਦਾ ਅਧਿਕਾਰ ਰਹਿ ਗਿਆ। ਅੱਜ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਸਰਕਾਰ ਗਵਰਨਰ ਸਾਹਿਬ ਨੂੰ ਬਰਖਾਸਤ ਕਰ ਦੇਣੀ ਚਾਹੀਦੀ, ਕਿਉਂਕਿ ਇਹ ਜੋ ਕੁਝ ਅੱਜ ਹੋ ਰਿਹਾ ਇਹਦੇ ਨਾਲ ਲਾਅ ਐਂਡ ਆਰਡਰ ਅੱਜ ਤੋਂ ਬਾਅਦ ਸਮਝੋ ਖਤਮ। ਅੱਜ ਤੋਂ ਬਾਅਦ ਲੂਟ ਚੱਲੂਗੀ, ਵੱਡੀ ਲੂਟ, ਜਿਹਦਾ ਜ਼ਿਕਰ ਅਖਬਾਰਾਂ 'ਚ ਪਹਿਲਾਂ ਵੀ ਹੋਇਆ। ਅੱਜ ਸ਼ਰਾਬ ਦੇ ਠੇਕੇ ਤੇ ਲਾਈਨਾਂ ਕਿਉਂ ਨਹੀਂ ਪੰਜਾਬ 'ਚ ਲੱਗ ਰਹੀਆਂ? ਕਿਉਂਕਿ ਅਸਲੀਅਤ ਦੀ ਗੱਲ ਹੈ ਕਿ ਪਿਛਲੇ 45 ਦਿਨ 9 ਦਾ ਲਾਕਡਾਊਨ ਰਿਹਾ ਹੈ, ਮਗਰ ਕਰੋੜਾਂ 2-3-4 ਹਜ਼ਾਰ ਕਰੋੜ ਦਾ ਵੀ ਇਲੀਗਲ ਸੇਲ ਦਾ ਚੂਨਾ ਲੱਗਿਆ, ਸ਼ਰਾਬ ਵਿਕੀ ਹੈ, ਲੋਕਾਂ ਨੂੰ ਹੋਮ ਡਿਲੀਵਰੀ ਚੱਲੀ ਹੈ, ਔਰ ਉਹਦੇ ਬੈਨੀਫਿਸ਼ਰੀ ਕੇਵਲ ਤੇ ਕੇਵਲ ਵੱਡੇ ਪੈਮਾਨੇ ਤੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਜ਼ਿਲ੍ਹੇ 'ਚ SHO ਤੋਂ DSP SDM ਤੋਂ ਲੈ ਕੇ ਸਾਰੀ ਅਪਾਇੰਟਮੈਂਟ MLA ਤੋਂ ਬਗੈਰ ਪੱਤਾ ਨਹੀਂ ਹਿਲਦਾ, ਇਸ ਲਈ ਉਹ ਕਰਾਉਂਦੇ ਸਨ। ਅੱਜ ਰੂਲਿੰਗ ਪਾਰਟੀ ਦੇ MLA ਨੇ ਜਿਹੜਾ ਖਜ਼ਾਨੇ ਦੀ ਲੁੱਟ ਕਰਾਈ ਹੈ, ਅੱਜ ਚੀਫ ਸੈਕਟਰੀ ਨੂੰ ਝਟਕਾ ਦੇ ਕੇ ਇੱਕ ਸੰਕੇਤ ਭੇਜਣ ਦਾ ਕੰਮ ਕੀਤਾ ਹੈ ਕਿ ਜੋ ਪੰਜਾਬ ਦੀ ਕਾਂਗਰਸ ਦੀ ਲੂਟ ਅੱਗੇ ਅੜੂ ਉਹ ਫਿਰ ਝੜੂ, ਉਹ ਨਹੀਂ ਬਚਦਾ, ਉਹਦਾ ਤਾਂ ਕੰਮ ਹੋ ਜੂ। ਉਹ ਨਹੀਂ ਇੱਥੇ ਟਿਕਣ ਦੇਣਾ ਕਿਸੇ ਨੂੰ ਕਿ ਸਾਡੀ ਹਾਂ 'ਚ ਹਾਂ ਮਿਲਾਵੇ, ਨਹੀਂ ਤਾਂ ਹੀ ਵਿਲ ਬੀ ਸ਼ੰਟਡ ਆਊਟ। ਔਰ ਇਹ ਅਫਸੋਸ ਦੀ ਗੱਲ ਹੈ ਕਿ ਅੱਜ ਜੋ ਕੁਝ ਹੋਇਆ, ਇਸ ਲਈ ਅੱਜ ਦੀ ਇਹ ਬੜਾ ਜ਼ਰੂਰੀ ਹੋ ਗਿਆ ਕਿ ਇੱਕ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਵੇ ਕਿ ਮੰਤਰੀ ਸੱਚ ਬੋਲ ਰਿਹਾ ਕਿ ਅਫਸਰਸ਼ਾਹੀ ਸੱਚ ਬੋਲ ਰਹੀ ਹੈ। ਨਹੀਂ ਤਾਂ ਜੇ ਇਸ ਤਰ੍ਹਾਂ ਅਫਸਰਸ਼ਾਹੀ ਤੇ ਮੰਤਰੀ ਹਾਵੀ ਹੋ ਗਏ, ਕਿਉਂਕਿ ਅਫਸਰਾਂ ਨੇ ਕੀ ਪਤਾ ਗਲਤ ਗੱਲ ਵੀ ਪੁਆਇੰਟ ਆਊਟ ਕੀਤੀ ਹੋਣੀ। ਆਫਟਰ ਆਲ ਜੇ ਇਸ ਅਫਸਰ ਦੀ ਗੱਲ ਆ ਰਹੀ ਹੈ, ਉਸ ਤੋਂ ਵੱਡਾ ਤਾਂ ਅਫਸਰ ਹੀ ਕੋਈ ਨਹੀਂ, ਹੀ ਇਜ਼ ਦਾ ਹਾਈਐਸਟ ਸੀਨੀਅਰ ਮੋਸਟ ਆਫਿਸਰ। ਔਰ ਜੇ ਮੈਂ ਉਹਦੇ ਰਿਕਾਰਡ, ਮੈਂ ਫੇਰ ਕਹਿ ਦਿਆਂ ਤੁਹਾਨੂੰ, I am not speaking for the ਚੀਫ ਸੈਕਟਰੀ, ਮਗਰ ਮੈਂ ਰਿਕਾਰਡ ਦੀ ਗੱਲ ਕਰ ਰਿਹਾ। ਚੀਫ ਸੈਕਟਰੀ ਸਾਹਿਬ ਦੀ 36 ਸਾਲ ਦੀ ਸਰਵਿਸ ਹੋ ਗਈ ਹੈ, 4 ਮਹੀਨੇ 'ਚ ਉਹਨਾਂ ਦੀ ਰਿਟਾਇਰਮੈਂਟ ਹੈ। ਜੇ ਉਸ ਬੰਦੇ 'ਚ ਇੰਨੇ ਨੁਕਸ ਸੀ ਤੇ ਤੁਸੀਂ ਸੁਪਰਸੀਡ ਕਰਕੇ ਲਾਇਆ ਕਿਉਂ? ਤੇ ਜੇ ਉਹਦੇ ਨੁਕਸ ਨੇ, ਜਿਸ ਤਰੀਕੇ ਦੀਆਂ ਟਵੀਟਸ ਅੱਜ ਇਹਨਾਂ ਦੇ MLA ਕਰ ਰਹੇ ਆ ਕਿ ਜੀ ਇਹਨਾਂ ਦੀ ਹਿੱਸੇਦਾਰੀ ਹੈ, ਇਹਨਾਂ ਦਾ ਇਹ ਕੁਛ ਹੈ, ਫਿਰ ਤੁਸੀਂ ਇਹਨੂੰ ਲਾਇਆ ਕਿਉਂ ਇਨ ਦਾ ਫਸਟ ਪਲੇਸ? ਇਸ ਲਈ ਇਹ ਲੋਕਾਂ ਨੂੰ ਮੂਰਖ ਬਣਾ ਕੇ ਜੇ ਸਰਕਾਰ ਸਮਝੂਗੀ ਕਿ ਅਸੀਂ ਇਸ ਤਰ੍ਹਾਂ ਭੰਬਲ ਪੂਸੇ ਪਾ ਕੇ ਕੰਮ 'ਚੋਂ ਨਿਕਲ ਜਾਣਾ, ਇਸ ਤਰ੍ਹਾਂ ਨਹੀਂ ਨਿਕਲਣਾ। ਇਸ ਲਈ ਇਹਦੀ CBI ਇਨਕੁਆਇਰੀ ਜਾਂ ਹਾਈ ਕੋਰਟ ਦੇ ਸਿਟਿੰਗ ਕਿਸੇ ਜੱਜ ਸਾਹਿਬ ਦੀ, ਜਿਹਦੀ ਚੋਣ ਵੀ ਚੀਫ ਜਸਟਿਸ ਸਾਹਿਬ ਆਪ ਕਰਨ, ਨਹੀਂ ਤਾਂ ਇਹਨਾਂ ਨੇ ਇਨਕੁਆਇਰੀ ਨੂੰ ਵੀ
एक तरीके नाल प्रभावित करन दा काम करना। अगली गल जिहड़ी बड़े अफसोस नाल है कि अगे एक पासे तां सारा पंजाब ते देश दुनिया लॉकडाउन च, पंजाब च तां हुण सरकार भी लॉकडाउन च चली गई है और ये हालात बन गए हैं कि जिस तरीके की कारगुजारी सरकार चला रही है, तुसी आप अंदाज़ा ला लो कि कोविड की लड़ाई या कोरोना वायरस की लड़ाई या जेड़े लोग क्वारंटीन फैसिलिटी च जेड़े ने वो आपदा दर्द किहनूं दसणगे, कोई सुनने वाला ही नहीं। इन्हां नूं केवल ते केवल अज मैं हैरान हो गया जब मैं मंत्री साहब की गल सुन रहा सा। अज दा एजेंडा की सी, कहंदे ऑफिशियल एजेंडा सी शराब दा ते अनऑफिशियल एजेंडा, अनऑफिशियल कादा ऑफिशियल ही बन गया वो तो एजेंडा। कहंदे एजेंडा सी चीफ सैकटरी दा बाईकाट ते कहंदा वो एजेंडा डिस्कस होया चीफ सैकटरी दे बाईकाट दा ते दूजे एजेंडे नूं कहता सीएम आप अधिकार आप ही फैसला कर लवे। मैं हैरान हो गया कि अज तो पहला यह जा कॉन्स्टिट्यूशनल संकट, मैं कहना थोड़ी पत्रकारी दे किसी दे 30 साल का किसी 10 साल का तजर्बा, तुसी भी ये कुछ इस तरीके का तमाशा सर्कस कॉन्स्टिट्यूशनल मशीनरी का ब्रेकडाउन। क्योंकि देखो ये पिलर्स ऑफ डेमोक्रेसी किहड़े ने, एक जुडिशरी, एक एग्जैक्टिव, एक लैजिसलेचर ते एक तुसी जेड़े मीडिया के लोग बैठे हो। इसलिए मेरे वीरो ये बड़ा जरूरी है कि तुसी तय तक पहुँचो। जेड़ा कल तक अफसर जेड़ा सीनियर मोस्ट अफसर है की उन्हें सच्चाई दसी कि 45 दिनों च किस तरीके नाल कांग्रेस के लीडर ने, कांग्रेस के कुछ लोग जेड़ा दी फैक्ट्रियां ने उन्होंने इलीगल शराब की सेल की, उन्हों की असलीयत दसी, या उन्हें किसी जेड़े शराब के कारोबार च, क्योंकि आप जानते हैं एक दो मंत्री है जे जिन्होंने हैल्थ का फिक्र घट रहिंदा दीए पऊए का वध रहिंदा, उन्हां दा ध्यान करन दा पिन पॉइंट कीता। आफ्टर ऑल मैं बार बार कह रहा कि थोनू सब नू पता है कि डीजीपी भी ऑन ऑर्डर ऑफ मैरिट नहीं लगे सी, उन्होंने भी सुपरसीड किया, अकॉर्डिंग टू सीनियोरिटी नहीं लगे सी, हैंड पिक होए सी जो इन्हों सरकार नू पसंद सी। चीफ सैकटरी साहब भी हैंड पिक होए सी। उस तरह उत्तों लैके थल्ले तक SHO लैवल तक MLA रूलिंग पार्टी की मर्जी नाल अफसर हैंड पिक हो रहे हैं। और हैंड पिक करन तो बाद अज तुहानूं इन्ने नुक्स जापन लग गए, और नुक्स उदों निकल के आउंदे जब थोड़ी हाँ च हाँ कोई ना मिलावे। और इहदे च कोई दो रामा नहीं कि जिन्नी एक पंजाब की विधान सभा च भी गल चली सी कि स्टेट्स ओन रेवन्यूज़ जिहड़ी सरकार दे अपने रेवन्यूज़ है, उदों खजाना मंत्री साहब कह रहे सी मैं तो सारा कुछ लाइन ते लिया, वी आर रेवन्यू सरप्लस। तो हुण 7 दिनों च की पंगा पै गया, तुसीं तां सरप्लस करता सी रेवन्यू, क्योंकि 31 मार्च नूं तां साल खत्म हो जाता सी। लॉकडाउन फिजिकली तो पिछले 7 दिन ही रहा ना, मार्च के महीने च, हुण अप्रैल चलिया, तो तुसीं तां रेवन्यू सरप्लस करता सी। थोड़ी कारगुजारी एडी चंगी सी और सारी ओपोजिशन ने कहा कि तुसीं सच नहीं दस रहे, अज उही सच बाहर निकल के आ रहा। ਜਿਹੜਾ ਇਹ ਲੜੇ ਆ, ਜਿਹੜਾ ਰੈਵਨਿਊ ਲਾਸ ਦਾ ਅਸੀਂ ਰੌਲਾ ਪਾਉਂਦੇ ਸਨ, ਹੁਣ ਲੜਾਈ ਭਾਵੇਂ ਆਪਦੀ ਹਿੱਸੇਦਾਰੀ ਤੋਂ ਹੋਈ ਕਿਵੇਂ ਹੋਈ, ਮਗਰ ਗੱਲ ਹੁਣ ਤੈਅ ਤੱਕ ਜਾਊ ਔਰ ਇਹਦੀ CBI ਇਨਕੁਆਇਰੀ ਜਾਂ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਵੇ, ਫੇਰ ਹੀ ਸੱਚ ਆਊਗਾ। ਔਰ ਮੈਂ ਅੱਜ ਬੇਨਤੀ ਕਰਦਾ ਜਿਹੜੇ ਨੈਤਿਕਤਾ ਦੀ ਗੱਲ ਕਰਦੇ ਆ, ਜਿਹੜੇ ਅੱਜ ਵੱਡੇ ਅਸੂਲਾਂ ਦੀ ਗੱਲ ਕਰਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕਰੋਨਾ ਦੀ ਮਹਾਮਾਰੀ ਸਮੇਂ ਜਦੋਂ एक लेबर बेचारा रोटी तो बगैर वो बेचारा भुखा मर गया, उन्हें सुसाइड कर लिया कि उन्होंने 10 दिन हो गए धक्के खाते रोटी नहीं मिली। ये हालातों च और उस जिले च जिथों के फूड एंड सिविल सप्लाईज मिनिस्टर है, पंजाब के लोग रोटी नूं तरस रहे हैं। पंजाब का किसान जिहड़ा कोई खेती करता सी दुध की या अपने सब्जियां की फलों की, वो आपदे पैसे नूं तरस रहा है। इंडस्ट्री वाले आपदे पैकेज नूं तरस रहे हैं, मिडल इनकम ग्रुप वो अड पैकेज नूं तरस रहे हैं, मगर सरकार नूं किसी की कोई चिंता नहीं, सिवाए अपनी जेब करन तो सिवाए इन्हां नूं कोई चिंता नहीं। इस हालात च मौजूदा सरकार दा बने रहना या मौजूदा सरकार दा रहना, मैं तो इन्हां नूं कहूँगा जे तुहाडे च कोई नैतिकता है
ਤੁਸੀਂ ਅਸਤੀਫਾ ਦੇ ਦਿਓ, ਕਿਉਂਕਿ ਪੰਜਾਬ ਦਾ ਪਹਿਲਾ ਹੀ ਉਦਾਹਰਨ ਦੇਸ਼ 'ਚ ਬਣ ਰਿਹਾ ਦੁਨੀਆ 'ਚ ਕਿ ਕਰੋਨਾ ਦੀ ਜਗ੍ਹਾ, ਕਰੋਨਾ ਨਾਲ ਲੜਨ ਦੀ ਜਗ੍ਹਾ ਤੁਸੀਂ ਆਪਸ 'ਚ ਹੀ ਲੜਦੇ ਸਾਹਮਣੇ ਦਿਖ ਰਹੇ ਹੋ। ਔਰ ਮਜ਼ਾਕ ਬਣਾਤਾ ਪੰਜਾਬ ਨੂੰ ਸਾਰੇ ਦੁਨੀਆ ਦਾ ਕਿ ਦਿਖਾਓ ਸੀਰੀਅਸ ਇਹਨਾਂ ਦਾ ਐਟੀਟਿਊਡ। ਜੋ ਲੋਕ ਕਹਿੰਦੇ ਹੋਣੇ ਕਿ ਇਹ ਤੋਂ ਨॉन ਸੀਰੀਅਸ ਐਟੀਟਿਊਡ ਕੀ ਹੋ ਸਕਦਾ ਕਰੋਨਾ ਨੂੰ ਲੜਨ ਵਾਸਤੇ। ਇਹ ਸਾਰੀ ਚੀਜ਼ਾਂ ਵਾਸਤੇ ਬੜੀ ਪੰਜਾਬੀਆਂ ਵਾਸਤੇ, ਆਪੋਜੀਸ਼ਨ ਪਾਰਟੀ ਵਾਸਤੇ, ਤੁਹਾਡੇ ਮੇਰੇ ਵਾਸਤੇ ਸਭ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਇਹਨਾਂ ਹਾਲਾਤਾਂ 'ਚ ਤੁਸੀਂ ਇਹ ਨਾ ਸਮਝੋ ਕਿ ਕਿਸੇ ਤਰੀਕੇ ਦੇ ਵੀ, ਮੈਂ ਤਾਂ ਆਪਦੇ ਡਾਕਟਰ ਨਰਸਾਂ ਨੂੰ ਸਭ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਬਲਬੂਤੇ ਤੇ ਤਗੜੇ ਹੋ ਕੇ ਲੜੋ। ਸਰਕਾਰ ਦੀ ਮੌਜੂਦਾ ਸਰਕਾਰ ਤੋਂ ਕੋਈ ਆਸ ਨਾ ਰੱਖੋ ਜਿਨ੍ਹਾਂ ਦਾ ਧਿਆਨ ਕੱਲਾ ਤੇ ਕੱਲਾ ਹੁਣ ਸ਼ਰਾਬ ਤੱਕ ਹੀ ਰਹਿ ਗਿਆ, ਹੋਰ ਕਿਸੇ ਗੱਲ ਤੇ ਨਹੀਂ ਰਹਿ ਗਿਆ। ਇਹ ਮੈਨੂੰ ਲੱਗਦਾ ਸੀਰੀਅਸਲੀ ਲੈ ਗਏ ਉਸ ਕੰਮ ਨੂੰ ਕਿ ਜੇ ਕਹਿੰਦੇ ਹੈਂਡ ਵਾਸ਼ ਸੈਨੀਟਾਈਜ਼ਰ ਸ਼ਰਾਬ ਵਾਲਾ ਵਰਤੋ ਨਾ ਤੇ ਹੱਥ ਸਾਫ਼ ਹੋ ਜਾਂਦੇ। ਸੀਰੀਅਸ ਲੈ ਗਏ ਕਿ ਉਹ ਕਿਤੇ ਪੀ ਜਾਓ ਤੇ ਸ਼ਾਇਦ ਉਹਦੇ ਨਾਲ ਬਚਾਅ ਹੋ ਜੂ। ਇਹ ਕਰੋਨਾ ਦੀ ਨਵੀਂ ਲੜਾਈ ਸ਼ੁਰੂ ਕਰਤੀ ਇਹਨਾਂ ਨੇ। ਇਸ ਲਈ ਮੇਰੇ ਵੀਰੋ, ਜਿਹੜਾ ਬਚ ਸਕਦਾ ਸਵਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ, ਆਪ ਹੀ ਪੰਜਾਬੀ ਬਚ ਜਾਣ। ਮੌਜੂਦਾ ਕਾਂਗਰਸ ਸਰਕਾਰ ਤੋਂ ਨਾ ਕੋਈ ਆਸ ਰੱਖਿਓ ਨਾ ਕੋਈ ਰੱਖਿਓ। ਇਹਨਾਂ ਨੂੰ ਤਾਂ ਕੱਲਾ ਆਪ ਦਾ ਉਹਦਾ ਹੀ ਫਿਕਰ ਹੈ, ਮਾਲੀਏ ਦਾ, ਹੋਰ ਕਿਸੇ ਦੇ ਮਾਲੀਏ ਦਾ, ਸਰਕਾਰ ਦੇ ਮਾਲੀਏ ਦਾ ਕੋਈ ਫਿਕਰ ਨਹੀਂ। ਜੇ ਫਿਕਰ ਹੁੰਦਾ ਤੇ ਪੰਜਾਬ ਦੀ ਵਿਧਾਨ ਸਭਾ 'ਚ ਨਾ ਕਹਿੰਦੇ ਰੈਵਨਿਊ ਸਰਪਲਸ ਮੰਨਦੇ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ, ਨਲਾਇਕੀਆਂ ਹੋਈਆਂ ਨੇ, ਅੱਜ ਹੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ। ਮਗਰ ਅੱਜ ਉਹ ਸੱਚ ਬਾਹਰ ਨਿਕਲ ਕੇ ਆਇਆ। ਤੁਹਾਡੇ ਵੱਲੋਂ ਕੋਈ ਗੱਲਬਾਤ ਹੈ ਜੀ ਤੇ ਦੱਸੋ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਰੈਵਨਿਊ ਆ ਪਹਿਲੇ ਸਾਲ ਨਹੀਂ ਘਟਿਆ। ਔਰ ਜਿਹੜੀ ਗੱਲ ਚੀਫ ਸੈਕਟਰੀ ਸਾਹਿਬ ਨੇ ਕਹੀ ਔਰ ਜੋ ਅਸਲੀਅਤ ਵੀ ਹੈ, ਮੈਂ ਸਮਝਦਾ ਪਤਾ ਨਹੀਂ ਉਹਨਾਂ ਨੇ ਕਹੀ ਕਿ ਨਹੀਂ ਕਹੀ, ਮਗਰ ਤੁਹਾਡੀ ਅਖਬਾਰਾਂ 'ਚ ਲਿਖੀ ਸੀ ਕਿ ਜਿਹੜਾ ਕੋਈ ਏਜੰਡਾ ਕੈਬਨਿਟ ਦੇ ਧਿਆਨ 'ਚ ਆਉਂਦਾ ਉਹਨੂੰ ਅਪਰੂਵ ਫਾਈਨਲੀ ਕੈਬਨਿਟ ਕਰਦੀ ਹੈ, ਅਫਸਰ ਨਹੀਂ ਕਰਦੇ। ਸੋ ਮੋਰ ਉਹਦੇ 'ਚ ਸਰਕਾਰ ਦੀ ਕੈਬਨਿਟ ਦੀ ਹੁੰਦੀ ਹੈ। ਔਰ ਰੈਵਨਿਊ ਲਾਸ ਜੇ ਮੈਂ ਤੁਹਾਨੂੰ ਦੱਸ ਦਿਆਂ ਤੇ ਇਹਨਾਂ ਦਾ ਤਾਂ ਹਰ ਸਾਲ ਰੈਵਨਿਊ ਲਾਸ ਹੋ ਰਿਹਾ। ਉਹ ਤੋਂ 2 ਸਾਲ ਪਹਿਲੇ ਵੀ ਹੋਇਆ ਸੀ, ਦੂਜੇ ਵੀ ਹੋਇਆ ਸੀ, ਆ ਤੀਜਾ ਵੀ ਹੋ ਗਿਆ ਤੇ ਇਹਨਾਂ ਨੂੰ ਹੁਣ ਚੇਤੇ ਆਇਆ। ਔਰ ਇਹ ਜੇ ਮੈਂ ਸਮਝਦਾ ਕਿ ਕੱਲਾ ਐਕਸਾਈਜ਼ ਦਾ ਹੈ, ਫਿਰ ਜੇ ਤਾਂ ਸਪਸ਼ਟ ਕਹਿਣ ਕਿ ਇਹਨਾਂ ਦੀ ਬੇਭਰੋਸਗੀ ਫਿਰ ਲੋਕਾਂ ਦੀ ਇਹਨਾਂ 'ਚ ਹੋਣੀ ਚਾਹੀਦੀ, ਕਿਉਂਕਿ ਕੈਬਨਿਟ ਨੇ ਅਪਰੂਵ ਕੀਤਾ ਤੇ ਕੈਬਨਿਟ 'ਚ ਕੌਣ ਜ਼ਿੰਮੇਵਾਰ ਹੈ ਉਹ ਸਪਸ਼ਟ ਕਰ ਦੇਣ। ਅੱਜ ਦੇਖੋ, ਮੈਂ ਕਹਿ ਸਕਦਾ ਖਜ਼ਾਨਾ ਮੰਤਰੀ ਸਾਹਿਬ ਨੇ ਇੱਕੋ ਤੀਰ ਨਾਲ 2 ਨਿਸ਼ਾਨੇ ਸਾਧਤੇ। ਪਹਿਲਾਂ ਤਾਂ ਕਹਿੰਦੇ ਓਫੀਸ਼ੀਅਲ ਏਜੰਡਾ ਤਾਂ ਅਸੀਂ ਡਿਸਕਸ ਨਹੀਂ ਕੀਤਾ, ਉਹ ਤਾਂ ਦੇਤਾ ਮੁੱਖ ਮੰਤਰੀ ਨੂੰ ਕਿ ਹੁਣ ਤੂੰ ਕਰ ਲੈ ਫੈਸਲਾ, ਜੋ ਕਰੇਗਾ ਤੂੰ ਹੀ ਜ਼ਿੰਮੇਵਾਰ ਹੈ। ਮਤਲਬ ਕਿ ਕਿਤੇ ਨਾ ਕਿਤੇ ਕਹਿਤਾ ਕਿ ਸਾਨੂੰ ਮੁੱਖ ਮੰਤਰੀ ਤੇ ਭਰੋਸਾ ਨਹੀਂ। ਔਰ ਦੂਜਾ ਕਹਿਤਾ ਮੇਰਾ ਤਾਂ ਏਜੰਡਾ ਇੱਕੋ ਸੀ ਕਿ ਜਿਹੜਾ ਉਹਦੀ ਬਾਡੀ ਲੈਂਗੁਏਜ ਆ ਉਹ ਨਹੀਂ ਸਹੀ, ਉਹ ਠੀਕ ਕਰਨੀ। ਉਹ IAS ਹੈ, 36 ਸਾਲ ਦੀ ਉਹਦੀ ਸਰਵਿਸ ਹੈ, ਅਗਸਤ 'ਚ ਉਹਦੀ ਰਿਟਾਇਰਮੈਂਟ ਹੈ। ਆ ਪਿਛਲੇ ਸਾਲ ਤੁਸੀਂ ਕਿਹਾ ਆਊਟਸਟੈਂਡਿੰਗ ਹੈ, ਹੁਣ ਉਹਦੀ ਬਾਡੀ ਲੈਂਗੁਏਜ 'ਚ ਫਰਕ ਪੈ ਗਿਆ। ਇਹ ਜਿਹੜਾ ਰੀਡ ਬਿਟਵੀਨ ਦ ਲਾਈਨਸ, ਅੰਦਰਲੀ ਗੱਲ ਕੀ ਹੈ ਉਹ ਗੱਲ 'ਚ ਦੱਸੋ। ਇਹਦੀ ਬਾਡੀ ਲੈਂਗੁਏਜ ਜੇ ਖਰਾਬ ਹੁੰਦੀ ਤੇ ਇਹਨੂੰ ਚੀਫ ਸੈਕਟਰੀ ਕਿਉਂ ਲਾਇਆ? ਉਦੋਂ 4 ਪਿੱਛੇ ਕਰਤੇ ਤੇ ਇਹਨੂੰ ਲਾਤਾ। ਇਸ ਲਈ ਜੋ ਅਸਲੀਅਤ ਹੈ, ਜੋ ਸੱਚ ਹੈ, ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਖਜ਼ਾਨੇ ਦੀ ਲੁੱਟ ਹੋਈ ਹੈ ਉਸ ਲੁੱਟ 'ਚੋਂ ਹਿੱਸੇਦਾਰੀ ਦਾ ਰੌਲਾ, ਔਰ ਉਹ ਹਿੱਸੇਦਾਰੀ ਨੂੰ ਲੈ ਕੇ ਰੌਲਾ ਪਿਆ, ਹੋਰ ਕੋਈ ਰੌਲਾ ਨਹੀਂ। ਨਹੀਂ ਤਾਂ 3.5 ਸਾਲ ਜਿਹੜਾ ਚੰਗਾ ਸੀ, ਅਗਸਤ 'ਚ ਉਹਦੀ 3 ਮਹੀਨਿਆਂ 'ਚ ਰਿਟਾਇਰਮੈਂਟ ਆ, ਉਹਦੇ 'ਚ ਕੀ ਨੁਕਸ ਪੈ ਗਿਆ? ਹੁਣ ਕਈ ਤਾਂ ਜਾਂਦੇ, ਉਹਨਾਂ ਨੂੰ ਤਾਂ ਕੋਈ ਮੰਤਰੀ ਨਹੀਂ ਲਾਉਂਦਾ। ਦੇਖੋ, ਐ ਤਾਂ ਸੋਨੀਆ ਗਾਂਧੀ ਵੀ ਸਿਆਣੀ ਹੈ, ਉਹਨੂੰ ਪਤਾ ਸੀਗਾ ਇਹ ਕਿਹੋ ਜਿਹਾ ਸਿਆਣਾ ਹੁੰਦਾ ਤੇ ਇਹਨੂੰ ਮੰਤਰੀ ਨਾ ਬਣਾ ਦਿੰਦੇ। ਉਹਨੂੰ ਲਾਇਆ ਹੀ ਨਹੀਂ, ਉਹ ਵਿਚਾਰਾ ਕਿੱਥੇ ਲਾਉਣ ਜੋਗਾ ਕਿਸੇ ਨੂੰ, ਤਹਿਸੀਲਦਾਰ, ਔਰ ਤਹਿਸੀਲਦਾਰ ਨਹੀਂ ਲਾਉਣ ਜੋਗਾ। ਦੇਖੋ, ਮੈਂ ਬੇਨਤੀ ਕਰੂੰਗਾ ਕਿ ਅਫਸੋਸ ਦੀ ਗੱਲ ਹੈ ਕਿ ਇਸ ਮਹਾਮਾਰੀ ਦੇ ਸਮੇਂ 'ਚ ਇਹ ਹਲੇ ਵੀ ਨਹੀਂ ਠੱਗਣ ਤੋਂ ਹਟਦੇ ਲੋਕ ਨੂੰ। ਮੈਂ ਅੱਜ ਚੈਲੰਜ ਦਿੰਦਾ ਕਿ ਜਿਹੜਾ ਇਹਨਾਂ ਨੇ ਕੱਲ ਚਿੱਠੀ ਵੰਡੀ ਆ ਬਠਿੰਡੇ 'ਚ, 1 ਰੁਪਈਆ ਜੇ ਸੋਨੀਆ ਗਾਂਧੀ ਨੇ ਉਹਦੇ 'ਚ ਪਾਇਆ ਹੋ, ਕਹਿੰਦੀ ਆ ਸੋਨੀਆ ਗਾਂਧੀ ਨੇ ਪੈਸੇ ਦਿੱਤੇ ਉਹਦੀ ਟ੍ਰੇਨ ਨਾਲ ਜਾਣ। ਇਸ ਤਰੀਕੇ ਦਾ ਝੂਠ, ਔਰ ਉਹ ਵੀ ਮਹਾਮਾਰੀ 'ਚ ਉਹਨਾਂ ਵਿਚਾਰਿਆਂ ਨੂੰ ਰੋਟੀ ਨਹੀਂ ਮਿਲ ਰਹੀ। ਜੇ ਸੋਨੀਆ ਗਾਂਧੀ ਐਡੀ ਚਿੰਤਤ ਸੀ
ਤੇ ਫਿਰ ਉਹ ਲੇਬਰਰ ਜਿਹੜਾ ਖੁਦਕੁਸ਼ੀ ਕਰ ਗਿਆ ਉਹ ਖੁਦਕੁਸ਼ੀ ਨਾ ਕਰਦਾ। 10 ਲੱਖ ਪੰਜਾਬ ਨੂੰ ਛੱਡ ਕੇ ਆਪਦੇ ਘਰ ਨੂੰ ਨਾ ਭੱਜਦੇ ਜੇ ਉਹਨਾਂ ਨੂੰ ਰੋਟੀ 2 ਵਕਤ ਦੀ ਮਿਲ ਰਹੀ ਹੁੰਦੀ। ਇਸ ਲਈ ਸੋਨੀਆ ਗਾਂਧੀ ਤੇ ਉਹਦੀ ਕਾਂਗਰਸ ਦੀ ਸਰਕਾਰ ਦੀ ਜਿਹੜੀ ਹਿੱਸੇ ਪੱਤੀ ਦੀ ਲੜਾਈ ਸੀ, ਅੱਜ ਉਹਨੇ ਪੰਜਾਬ ਦਾ ਬੇੜਾ ਗਰ ਕਰਤਾ। ਔਰ ਇਹ ਅਸਲੀਅਤ ਹੈ, ਔਰ ਇਹ ਅਸਲੀਅਤ ਹੁਣ ਲੋਕਾਂ ਤੋਂ ਛੁਪ ਨਹੀਂ ਸਕਦੀ। ਇਹ ਕਹਾਣੀਆਂ, ਇਹ ਪਰਦੇ ਪਾਉਣੇ ਬੰਦ ਕਰੋ ਕਿ ਨੈਤਿਕਤਾ ਦੀ ਗੱਲ, ਬੋਲਬਾਣੀ ਦੀ ਗੱਲ, ਬਾਡੀ ਲੈਂਗੁਏਜ ਦੀ ਗੱਲ। ਮੈਂ ਤਾਂ ਹੈਰਾਨ ਹੋ ਗਿਆ, ਕੱਲ ਤੱਕ ਸਭ ਕੁਝ ਠੀਕ ਸੀ, ਅੱਜ ਇੱਕਦਮ ਹੀ ਉਹਦੀ ਅਲਾਈਨਮੈਂਟ ਆਊਟ ਹੋ ਗਈ ਹੈ ਤੁਹਾਡੇ ਚੀਫ ਸੈਕਟਰੀ ਦੀ। बठिंडा से ही बात शुरू हुई थी कि बठिंडा में जो शराब है 2 नंबर की शराब बहुत ज़्यादा बिक रही है, इसी तरह डिस्ट्रिक्ट लुधियाना में बिक रही है। देखो पहली गल तो मन के चलो, मैं तुसी एक जिले की गल कर रहे हो, मैं कह रहा हर जिले च बिक रही है। 3 जिलों की तो खबर लगी, ਉਹਦੀ की इनक्वायरी निकल के आई? कोई फड़िया गया जी खन्ने चों करिंदे, कौन करिंदा फैक्ट्री ला दू जी? कौन सी उस फैक्ट्री के पिछे? थानेदार उत्थे किहने लाया सीगा? कांग्रेस के MLA ने। वो किहदे इशारे ते शराब पकाउंदा सी? ਉਹਦਾ चेहरा नंगा करो। राजपुरे सब बच्चे नूं पता है, तहसीलदार तो लैके SHA तो लैके मुंशी तो लैके DSP तक किहने लाए होए आ। ਉਹਦੀ मर्जी तो बगैर किवें हुक्का पार्टी ते शराब पार्टी चल सकदी? ਉਹਦਾ चेहरा नंगा करो। फिर रोपड़ वो SDM साहिबा, ਉਹਦੀ ਮਰਜ਼ੀ ਨਾਲ ਪਰਚਾ ਕਰੋ ਤੇ ਹੁਣੇ ਬੰਦੇ ਫੜ ਕੇ ਕਾਂਗਰਸੀ 4 ਅੰਦਰ ਜਾਣਗੇ। ਇਸ ਲਈ ਜਿਹੜੀ ਸੱਚ ਨੂੰ ਲੁਕੋਇਆ ਜਾ ਰਿਹਾ, ਕੱਲੇ ਬਠਿੰਡੇ ਦੀ ਗੱਲ ਨਹੀਂ, ਹਰ ਜ਼ਿਲ੍ਹੇ ਦੀ ਗੱਲ ਹੈ। ਮੈਂ ਉਹ ਫੋਟੋ ਤੁਹਾਨੂੰ ਭੇਜ ਵੀ ਦਿੰਨਾ, ਉੱਥੇ ਵੀ ਇੱਕ ਬੜਾ ਵੱਡਾ ਡਿਫਾਲਟਰ ਹੈ ਔਰ ਉਹਦੀ ਘੱਟੋ ਘੱਟ ਐਕਸਾਈਜ਼ ਨੂੰ ਦੇਣਦਾਰੀ 300 ਕਰੋੜ ਦੀ ਹੈ। ਔਰ ਚੜਿਆ ਕਿਹਦੀ ਗੱਡੀ 'ਚ ਫਿਰਦਾ, ਤੁਸੀਂ ਤਹਿਕੀਕਾਤ ਕਰ ਲਓ। ਟ੍ਰਿਬਿਊਨ 'ਚ ਬੜੀ ਵੱਡੀ ਫੋਟੋ ਲੱਗੀ ਸੀ ਉਹਦੇ ਹੋਲੀ ਮਨਾਉਂਦਿਆਂ ਦੀ, ਇੱਕ ਸੀਨੀਅਰ ਮਿਨਿਸਟਰ ਨਾਲ। ਇਸ ਲਈ ਇਹਨਾਂ ਲੋਕਾਂ ਨੂੰ ਬਚਾ ਕੌਣ ਰਿਹਾ? ਇਹ ਗੱਲ ਜੇ ਪ੍ਰੂਫ ਚਾਹੀਦੇ ਹੋਣਗੇ ਸਾਰੇ ਆਉਣਗੇ ਤੁਹਾਡੇ ਕੋਲ। क्या लगता है कि आज के समय में कोरोना एक त्रासदी है देश के और पंजाब के लोगों के लिए, और लड़ाई हो रही है शराब की? देखो मैं ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਪੰਜਾਬੀਆਂ ਦੀ ਇਹ ਬਦਕਿਸਮਤੀ ਹੈ ਕਿ ਇਸ ਸਮੇਂ 'ਚ ਇਹ ਹਾਲਾਤ ਪੈਦਾ ਹੋਏ ਆ। ਔਰ ਪੰਜਾਬੀਆਂ ਨੂੰ ਹੁਣ ਕੱਲਾ ਕਰੋਨਾ ਨਾਲ ਨਹੀਂ, ਉਹ ਤੋਂ ਵੱਡੀ ਮਹਾਮਾਰੀ ਮੌਜੂਦਾ ਕਾਂਗਰਸ ਦੇ ਖਿਲਾਫ ਵੀ ਲੜਨੀ ਪੈਣੀ, ਜਿਹੜੀ ਵੱਡੀ ਬਿਮਾਰੀ ਨਿਕਲ ਕੇ ਆ ਰਹੀ। ਵੇਖੋ ਅੱਛਾ, ਸਭ ਤੋਂ ਅਫਸੋਸ ਦੀ ਗੱਲ ਹੈ, ਇਹ ਤੋਂ ਮੈਂ ਸਮਝਦਾ ਮਾੜੀ ਗੱਲ ਹੀ ਕੋਈ ਨਹੀਂ ਹੋ ਸਕਦੀ ਕਿ ਅੱਜ ਦੇ ਮੌਕੇ ਜਦੋਂ ਜਿਹਨੇ ਨੌਕਰੀ ਚਲੀ ਗਈ ਉਹ ਤੋਂ ਬਿੱਲ ਨਹੀਂ ਦਿੱਤਾ ਜਾ ਰਿਹਾ, ਬਿਜਲੀ ਦਾ ਬਿੱਲ। ਇਹ ਬਿਜਲੀ ਬਿੱਲ ਅੱਧੇ ਕਰਨ ਦੀ ਗੱਲ ਕਰਦੇ, ਜਿਹਨੂੰ ਦਿਹਾੜੀ ਨਹੀਂ ਮਿਲ ਰਹੀ ਉਸ ਗਰੀਬ ਦੇ ਅਕਾਊਂਟ 'ਚ ਪੈਸੇ ਡਾਲਣ ਦੀ ਗੱਲ ਕਰਦੇ ਕਿ ਅਸੀਂ ਇੰਨੇ ਪੈਸੇ ਪਾਤੇ ਆ, ਜਾਂ ਕੋਈ ਹੋਰ ਲੋਕ ਪੱਖਾਂ ਦਾ ਫੈਸਲਾ, ਲੋਕਾਂ ਦੇ ਹਿੱਤਾਂ ਦਾ ਫੈਸਲਾ ਲੈਂਦੇ। ਇਹ ਤਾਂ ਹੋਰ ਹੀ ਚੱਕਰਾਂ 'ਚ ਪੈ ਗਏ। ਦਿਸ ਸ਼ੋਜ਼ ਕਿ ਸਰਕਾਰ ਦੀ ਡਾਇਰੈਕਸ਼ਨ ਕੀ ਹੈ। ਇਹ ਡਾਇਰੈਕਸ਼ਨਲੈਸ ਹੋ ਗਈ ਹੈ, ਰਡਰਲੈਸ ਹੋ ਗਈ ਹੈ, ਸੋਚ ਹੀ ਪੁੱਠੀ ਹੋ ਗਈ ਹੈ। ਇਹਨਾਂ ਨੇ ਕਾਹਦੀ ਕਰੋਨਾ ਨਾਲ ਲੜਾਈ? ਔਰ ਇਸੇ ਲਈ ਅੱਜ ਕਰੋਨਾ 'ਚ ਜਿਹੜਾ ਰਿਕਵਰੀ ਰੇਟ ਹੈ ਪੰਜਾਬ ਦਾ ਵਰਸਟ ਹੈ, 9% ਹੈ, ਵਰਸਟ ਇਨ ਦ ਕੰਟਰੀ। ਵਰਸਟ मतलब इस तो माड़ा रिकॉर्ड ही नहीं किसी का, कट के वेख लो। और यही कारण है कि इन्हों का ध्यान जिथे होना चाहिए जिंदगी मौत की लड़ाई लड़न लई, उस च तां है नहीं, और सारे कामां वल ध्यान पै गए। मैं तो पहला भी कहा जी कि बिल तुसी माफ करो। देखो बिल देने किने सी? जिन्होंने तनख्वाह मिलती उन्हें बिल देने। जिन्ने भी प्राइवेट नौकरियां च सीगे ਉਹਨਾਂ ਦੀ ਕਈਆਂ ਦੀ ਤਨਖਾਹ ਕੱਟ ਲਈ ਗਈ ਹੈ ਪੂਰੀ, ਜਾਂ ਉਹਨਾਂ ਨੂੰ 50% ਕਰਤਾ ਗਿਆ ਕਿਉਂਕਿ ਫੈਕਟਰੀਆਂ ਚੱਲੀ ਨਹੀਂ ਹੈ। ਫੈਕਟਰੀਆਂ ਦੀ ਆਪ ਦੀ ਮੁਸੀਬਤ ਹੈ। 10 ਲੱਖ ਤੁਹਾਡਾ ਬੰਦਾ ਇੱਥੋਂ ਛੱਡ ਕੇ ਭੱਜ ਗਿਆ ਵਾਪਸ, ਉਹਦਾ ਕਾਰਨ ਕਿ ਉਹਨੂੰ 2 ਵਕਤ ਦੀ ਰੋਟੀ ਨਹੀਂ ਮਿਲ ਰਹੀ, ਸੁਸਾਈਡਸ ਹੋ ਰਹੇ ਆ। ਇਹਨਾਂ ਹਾਲਾਤਾਂ 'ਚ ਬਿਜਲੀ ਦੇ ਬਿੱਲ ਨਹੀਂ ਭੇਜਣੇ ਸੀ, ਬਿਜਲੀ ਦੇ ਬਿੱਲ 50% ਕਰ ਦੇਣੇ ਚਾਹੀਦੇ ਸੀ। ਇਹ ਮੇਰੀ ਮੰਗ ਹੈ। ਔਰ ਉਹ ਫੈਸਲਾ ਅੱਜ ਦੀ ਕੈਬਨਿਟ 'ਚ ਆਉਂਦਾ ਜਾਂ ਖਜ਼ਾਨਾ ਮੰਤਰੀ ਸਾਹਿਬ ਉਹ ਐਲਾਨ ਦੇ ਤੇ ਤੁਸੀਂ ਵੇਖੋ ਪੰਜਾਬੀਆਂ ਨੂੰ ਕਿੰਨੀ ਖੁਸ਼ੀ ਹੋਣੀ ਸੀ। ਜਾਂ ਦਿਹਾੜੀਦਾਰ ਦੇ ਲਈ ਇਹ ਐਲਾਨ ਹੁੰਦਾ ਕਿ ਤੇਰੇ ਅਕਾਊਂਟ 'ਚ 6000 ਰੁਪਈਆ ਪਾਤਾ, ਐਲਾਨ ਹੋ ਰਿਹਾ। ਚੀਫ ਸੈਕਟਰੀ ਜਿਹੜਾ ਅਸੀਂ ਲਾਇਆ ਸੀ ਉਹਦੀ ਬੋਲਬਾਨੀ ਤੇ ਉਹਦੀ ਬਾਡੀ ਲੈਂਗੁਏਜ ਨਹੀਂ ਠੀਕ, ਉਹਦੀ ਅਲਾਈਨਮੈਂਟ ਸਹੀ ਕਰਨੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।